ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਹੈ ਪੇਟੈਂਟ ਰਾਈਟਸ ਨੂੰ ਲੈ ਕੇ। ਜ਼ਰੂਰਤ ਹੈ ਅੱਜ ਦਵਾਈ ਪਹੁੰਚਾਉਣ ਦੀ ਤੇ ਕੁਝ ਲੋਕ ਗੱਲ ਕਰ ਰਹੇ ਹੈ ਇਹਦੇ ਵਿੱਚੋਂ ਵੀ ਪ੍ਰੋਫਿਟ ਕਮਾਉਣ ਦੀ। ਸੋ ਕੀ ਕਹਿਣਾ ਚਾਹੋਗੇ ਸਰ? थोड़े दिन पहले एक बयान आया से बिल गेट्स का कि असी जो टेक्नोलॉजी है इसकी वो डिवेलपिंग कंट्रीज़ ਨੂੰ मैं ट्रांसफर करने के हक ਵਿੱਚ नहीं है। ये बड़ी दुखदाई गल सी कि ये ठीक नहीं है समझौता इंटलैक्चुअल प्रॉपर्टी राइट का, क्योंकि उसके मुताबिक जे कोई कंपनी किसी दवाई ਨੂੰ बना लेंदी है या वैक्सीन ले लो तुसी या कोई भी दवाई ले लो ਤਾਂ ਕੋਈ ਵੀ ਹੋਰ ਕੰਪਨੀ ਉਸ ਦਵਾਈ ਨੂੰ 20 ਸਾਲ ਦੇ ਲਈ ਨਹੀਂ ਬਣਾ ਸਕੇਗੀ। ਹੁਣ ਇਹ 20 ਸਾਲ ਦੀ ਆ ਗਈ, ਹੁਣ ਇਹ ਕਹਿੰਦੇ ਨੇ ਪ੍ਰੋਡਕਟ ਪੇਟੈਂਟ, ਮਤਲਬ ਤੁਸੀਂ ਉਸ ਦਵਾਈ ਨੂੰ ਬਣਾ ਹੀ ਨਹੀਂ ਸਕਦੇ 20 ਸਾਲ ਦੇ ਉੱਤੇ। 20 ਸਾਲ ਦੇ ਵਿੱਚ ਦੁਨੀਆ ਬਦਲ ਜਾਂਦੀ ਹੈ। ਜਿਸ ਹਿਸਾਬ ਨਾਲ ਉਹ ਕਹਿ ਰਹੇ ਹੈ ਕਿ ਜੇ ਉਹ ਨਹੀਂ ਦੇਣਾ ਚਾਹੁੰਦੇ ਇਹਦੀ ਟੈਕਨੋਲੋਜੀ, ਇਸ ਹਿਸਾਬ ਨਾਲ ਤਾਂ ਇਕੱਲੇ ਇੰਡੀਆ 'ਚ ਹੀ ਸਾਨੂੰ ਅਗਰ ਇਹ ਵੈਕਸੀਨੇਸ਼ਨ 100% ਲੋਕਾਂ ਨੂੰ ਲਗਾਉਣੀ ਹੋਵੇ ਤੇ ਉਹ ਲੱਗ ਹੀ ਨਹੀਂ ਸਕਦੀ। ਜੋ ਵੈਕਸੀਨ ਲਾਉਣ ਦੀ ਦਰ ਹੈ ਸਾਡੇ ਦੇਸ਼ 'ਚ ਬਹੁਤ ਘੱਟ ਹੈ। ਰੋਜ਼ ਘੱਟੋ ਘੱਟ 1 ਕਰੋੜ ਲੋਕਾਂ ਨੂੰ ਜਾਂ 70-75 ਲੱਖ ਲੋਕਾਂ ਨੂੰ ਵੈਕਸੀਨ ਲੱਗਣੀ ਚਾਹੀਦੀ ਹੈ, ਤਾਂ ਹੀ ਜਾ ਕੇ ਇਹ ਅਸੀਂ ਜੁਲਾਈ ਤੱਕ ਮਸਾਂ ਪੂਰਾ ਕਰ ਪਾਵਾਂਗੇ ਆਪਣਾ ਟੀਚਾ। ਤੇ ਫਿਰ ਪੇਂਡੂ ਖੇਤਰ ਵਿੱਚ ਇਸ ਟਾਈਮ 65% ਮਰੀਜ਼ ਪੇਂਡੂ ਖੇਤਰ ਦਾ ਤੇ ਕੇਵਲ 35% ਮਰੀਜ਼ ਸ਼ਹਿਰੀ ਖੇਤਰ ਦਾ। ਹੈਲਥ ਐਮਰਜੈਂਸੀ ਲੱਗੀ ਹੋਵੇ ਔਰ ਉਸ ਟਾਈਮ ਅਸੀਂ ਪ੍ਰੋਫਿਟ ਕਮਾਉਣ ਦੀ ਗੱਲ ਕਰੀਏ, ਇਹ ਕਿੱਥੇ ਤੱਕ ਵਾਜਬ ਹੈ? ਔਰ ਜਦੋਂ ਖਾਸ ਕਰਕੇ ਉਹ ਜਿਹੜੀ ਵੈਕਸੀਨੇਸ਼ਨ ਡਿਵੈਲਪ ਕੀ ਸਰਕਾਰਾਂ ਦੇ ਪੈਸੇ ਤੇ ਹੋਈ ਹੈ, ਫਿਰ ਪੇਟੈਂਟ ਕਿੱਥੇ ਰਹਿ ਜਾਂਦਾ? ਸਾਡੇ ਦੇਸ਼ ਵੀ ਇਸ ਤਰ੍ਹਾਂ ਹੋਇਆ ਵੈਕਸੀਨ ਬਾਰੇ। ਇਹ ਨਹੀਂ ਹੋਣਾ ਚਾਹੀਦਾ। ਇਸ ਹਾਲਾਤ ਦੇ ਵਿੱਚ ਤੇ ਬਿਲਕੁਲ ਹੀ ਪ੍ਰੋਫਿਟ ਮੋਟਿਵ ਹੋਣਾ ਹੀ ਨਹੀਂ ਚਾਹੀਦਾ। ਇਸ ਲਈ ਅਸੀਂ ਤੇ ਆਪਣੇ ਵੱਲੋਂ ਆਵਾਜ਼ ਸਾਡੀ ਸੰਸਥਾ ਵੱਲੋਂ ਅਸੀਂ ਯੂਐਨ ਨੂੰ ਚਿੱਠੀ ਵੀ ਪਾਈ ਹੈ, ਸੈਕਟਰੀ ਜਨਰਲ ਨੂੰ ਵੀ ਪਾਈ ਹੈ। ਸੋ ਤੁਸੀਂ ਪੀਸ ਵੱਲੋਂ ਪਾਈ ਹੈ ਜੀ? ਹਾਂ, ਸਾਡੀ ਇੰਡੀਅਨ ਡਾਕਟਰ ਫਾਰ ਪੀਸ ਐਂਡ ਡਿਵੈਲਪਮੈਂਟ ਵੱਲੋਂ ਅਸੀਂ। जन हितैषी देख रहे दर्शकों का स्वागत है जन जन की बात जन हितैषी के साथ। दोस्तों, जिदा कि असी ਤੁਹਾਡੇ ਨਾਲ ਵਾਅਦਾ ਕੀਤਾ ਹੈ ਕਿ ਜਨਤਾ ਦੇ ਨਾਲ ਜੁੜੇ ਹੋਏ, ਉਹਨਾਂ ਦੇ ਹਿੱਤ ਨਾਲ ਜੁੜੇ ਹੋਏ ਮਾਮਲੇ ਜਿਹੜੇ ਹੈ ਉਹ ਚੱਕਦੇ ਰਵਾਂਗੇ ਤੇ ਜਨਤਾ ਦੀ ਆਵਾਜ਼ ਬੰਦੇ ਰਵਾਂਗੇ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਹੈ ਪੇਟੈਂਟ ਰਾਈਟਸ ਨੂੰ ਲੈ ਕੇ। ਇੱਕ ਪਾਸੇ ਕੋਵਿਡ ਦੀ ਮਹਾਮਾਰੀ ਚੱਲ ਰਹੀ ਹੈ ਪੂਰੇ ਵਰਲਡ ਦੇ ਵਿੱਚ, ਔਰ ਇਹੋ ਜਿਹੇ ਟਾਈਮ 'ਤੇ ਕੁਝ ਲੋਕ ਜਿਹੜੇ ਹੈਗੇ ਹੈ ਉਹ ਇਸ ਕੋਵਿਡ ਦੀ ਦਵਾਈ ਤੋਂ ਪ੍ਰੋਫਿਟ ਕਮਾਉਣ ਦੀ ਗੱਲ ਕਰ ਰਹੇ ਹੈ। ਸੋ ਇਸ ਸਾਰੇ ਮਾਮਲੇ 'ਚ ਪੇਟੈਂਟ ਦੀ ਆੜ ਦੇ ਵਿੱਚ ਕਿਹੜਾ ਖੇਲ ਚੱਲ ਰਿਹਾ, ਸਾਰੇ ਦੇ ਅਸੀਂ ਰਾਏ ਲੈਣ ਲਈ ਪਹੁੰਚੇ ਹੈ ਡਾਕਟਰ ਅਰੁਣ ਮਿਤਰਾ ਜੀ ਨਾਲ, ਜਿਹੜੇ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈਗੇ ਹੈ ਇੰਡੀਅਨ ਡਾਕਟਰਸ ਫॉर ਪੀਸ ਐਂਡ ਡਿਵੈਲਪਮੈਂਟ। ਜੀ ਹਾਂ, ਸੋ ਇੰਟਰਨੈਸ਼ਨਲ ਲੈਵਲ 'ਤੇ ਇਹ ਸਾਡਾ ਰਿਪਰੈਜ਼ੈਂਟ ਕਰਦੇ ਹੈਗੇ ਹੈ। ਸੋ ਇਹਨਾਂ ਨਾਲ ਇਸ ਲਈ ਕਿਉਂਕਿ ਇਹ ਜਿਹੜਾ ਪੇਟੈਂਟ ਰਾਈਟਸ ਦਾ ਵੀ ਮਾਮਲਾ ਹੈ ਇੰਟਰਨੈਸ਼ਨਲ ਜਿਹੜੀ ਲਈ ਹੈਗਾ। ਸੋ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਪੁੱਛਦੇ ਹਾਂ ਡਾਕਟਰ ਅਰੁਣ ਮਿਤਰਾ ਜੀ ਨਾਲ। ਮਿਲਾਨੇ ਹਾਂ ਤੁਹਾਨੂੰ ਡਾਕਟਰ ਅਰੁਣ ਮਿਤਰਾ ਜੀ ਨਾਲ। ਸਰ ਨਮਸਕਾਰ ਜੀ। हाँ जी नमस्कार सर, क्या ये है इस टाइम ਜਦੋਂ ਜ਼ਰੂਰਤ ਹੈ ਅੱਜ ਦਵਾਈ ਪਹੁੰਚਾਉਣ ਦੀ ਤੇ ਕੁਝ ਲੋਕ ਗੱਲ ਕਰ ਰਹੇ ਹੈ ਇਹਦੇ ਵਿੱਚੋਂ ਵੀ ਪ੍ਰੋਫਿਟ ਕਮਾਉਣ ਦੀ। ਸੋ ਕੀ ਕਹਿਣਾ ਚਾਹੋਗੇ ਸਰ? ਜੋ ਤੁਸੀਂ ਇਹ ਸਵਾਲ ਉਠਾਇਆ ਹੈ ਜੀ ਕਿ ਵੈਕਸੀਨ ਜਿਹੜੀ ਹੈ ਅੱਜ ਬਹੁਤ ਜ਼ਰੂਰੀ ਹੋ ਗਈ ਹੈ, ਜਾਂ ਬਹੁਤ ਸਾਰੀਆਂ ਹੋਰ ਦਵਾਈਆਂ ਵੀ ਜੀ ਕਈ ਹਨ ਜੋ ਕਿ ਕੋਵਿਡ ਦੇ ਇਲਾਜ ਲਈ ਬੜੀਆਂ ਜ਼ਰੂਰੀ ਹੋ ਗਈਆਂ ਹਨ, ਤੇ ਵੈਕਸੀਨ ਉਸ ਦੀ ਰੋਕਥਾਮ ਲਈ ਜ਼ਰੂਰੀ ਹੈ। ਜੀ ਥੋੜੇ ਦਿਨ ਪਹਿਲੇ ਇੱਕ ਬਿਆਨ ਆਇਆ ਸੀ ਬਿਲ ਗੇਟਸ ਦਾ ਕਿ ਅਸੀਂ ਜੋ ਟੈਕਨੋਲॉजी ਹੈ ਇਸ ਦੀ ਉਹ ਡਿਵੈਲਪਿੰਗ ਕੰਟਰੀਜ਼ ਨੂੰ ਮੈਂ ਟ੍ਰਾਂਸਫਰ ਕਰਨ ਦੇ ਹੱਕ ਵਿੱਚ ਨਹੀਂ ਹਾਂ। ਜੀ ਇਹ ਬੜੀ ਦੁਖਦਾਈ ਗੱਲ ਸੀ, ਕਿਉਂਕਿ ਅੱਜ ਲੋੜ ਹੈ ਕਿ ਦੁਨੀਆ ਸਾਰੀ ਗ੍ਰਸਤ ਹੈ ਇਸ ਬਿਮਾਰੀ ਦੇ ਨਾਲ। ਕੋਈ ਇੱਕ ਦੇਸ਼ ਤੇ ਅਸਰ ਨਹੀਂ ਹੈ, ਸਾਰੀ ਦੁਨੀਆ ਵਿੱਚ। ਅਗਰ ਮਤਲਬ ਦੁਨੀਆ ਦਾ ਇੱਕ ਹਿੱਸਾ ਠੀਕ ਵੀ ਹੋ ਜਾਏ ਤੇ ਬਾਕੀ ਦੇਸ਼ਾਂ ਵਿੱਚ ਅਗਰ ਰਹੇਗਾ ਇਹ ਤਕਲੀਫ, ਮਤਲਬ ਇਹ ਜੋ ਮਹਾਮਾਰੀ, ਫਿਰ ਵੀ ਉਹਦੇ ਫੈਲਣ ਦਾ ਖਤਰਾ ਹੈ। ਸੋ ਉਸ ਪੱਖੋਂ ਵੀ ਇਹ ਬਿਆਨ ਗਲਤ ਹੈ। ਦੂਸਰਾ ਹੈ ਕਿ ਵਿਸ਼ਵ ਦੇ ਵਿੱਚ ਇੱਕ ਸਮਝੌਤਾ ਹੋਇਆ ਸੀ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣੀ ਸੀ, ਉਸ ਦੇ ਅਧੀਨ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ ਦਾ ਇੱਕ ਸਮਝੌਤਾ ਹੋਇਆ ਸੀ, ਜਿਹਦੇ ਵਿੱਚ ਵੀ ਸਾਡੀ ਸਰਕਾਰ ਦੇ ਵੀ ਦਸਤਖਤ ਨੇ। ਅਸੀਂ ਉਦੋਂ ਵਿਰੋਧ ਕੀਤਾ ਸੀ ਇਸ ਗੱਲ ਦਾ ਕਿ ਇਹ ਠੀਕ ਨਹੀਂ ਹੈ ਸਮਝੌਤਾ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ ਦਾ, ਕਿਉਂਕਿ ਉਹਦੇ ਮੁਤਾਬਕ ਜੇ ਕੋਈ ਕੰਪਨੀ ਕਿਸੇ ਦਵਾਈ ਨੂੰ ਬਣਾ ਲੈਂਦੀ ਹੈ
ਜਾਂ ਵੈਕਸੀਨ ਲੈ ਲਓ ਤੁਸੀਂ, ਜਾਂ ਕੋਈ ਵੀ ਦਵਾਈ ਲੈ ਲਓ, ਤਾਂ ਕੋਈ ਵੀ ਹੋਰ ਕੰਪਨੀ ਉਸ ਦਵਾਈ ਨੂੰ 20 ਸਾਲ ਦੇ ਲਈ ਨਹੀਂ ਬਣਾ ਸਕੇਗੀ। ਮੈਂ ਥੋੜੇ ਅੱਧੇ ਮਿੰਟ ਤੁਹਾਨੂੰ ਐਕਸਪਲੇਨ ਕਰ ਦਿਆਂਗਾ। ਉਸ ਤੋਂ ਪਹਿਲੇ ਕਾਨੂੰਨ ਇਹ ਸੀ ਕਿ ਅਗਰ ਕਿਸੇ ਕੰਪਨੀ ਨੇ ਕੋਈ ਦਵਾਈ ਇੱਕ ਪ੍ਰੋਸੈਸ ਦੇ ਰਾਹੀਂ ਬਣਾਈ, ਮਤਲਬ ਇੱਕ ਤਰੀਕੇ ਦੇ ਰਾਹੀਂ ਬਣਾਈ, ਤਾਂ ਕੋਈ ਹੋਰ ਕੰਪਨੀ ਕਿਸੇ ਹੋਰ ਤਰੀਕੇ ਦੇ ਰਾਹੀਂ ਉਸ ਦਵਾਈ ਨੂੰ ਬਣਾ ਸਕਦੀ ਸੀ। ਤੇ ਇਹ ਵੀ ਜੋ ਸੀ ਵੀ 7 ਸਾਲ ਤੋਂ ਬਾਅਦ ਸਾਰੀ ਖੁੱਲ੍ਹ ਸੀ, ਜੋ ਮਰਜ਼ੀ ਉਹ ਕਰੀ ਜਾਏ। ਹੁਣ ਇਹ 20 ਸਾਲ ਦੀ ਆ ਗਈ, ਹੁਣ ਇਹ ਕਹਿੰਦੇ ਜੀ ਪ੍ਰੋਡਕਟ ਪੇਟੈਂਟ, ਮਤਲਬ ਤੁਸੀਂ ਉਸ ਦਵਾਈ ਨੂੰ ਬਣਾ ਹੀ ਨਹੀਂ ਸਕਦੇ 20 ਸਾਲ ਦੇ ਉੱਤੇ। 20 ਸਾਲ ਦੇ ਵਿੱਚ ਦੁਨੀਆ ਬਦਲ ਜਾਂਦੀ ਹੈ। ਸੋ ਇਹ ਜੋ ਗੱਲ ਬਿਲ ਗੇਟਸ ਨੇ ਕਹੀ, ਇਹ ਬਿਲਕੁਲ ਗਲਤ ਹੈ। ਅਸੀਂ, ਸਾਡੀ ਸੰਸਥਾ ਨੇ ਮੰਗ ਕੀਤੀ ਹੈ ਕਿ UN ਨੂੰ ਇਹਦੇ ਵਿੱਚ ਦਾਖਲ ਹੋ ਕੇ ਇਹ ਜੋ ਕਾਨੂੰਨ ਹੈ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਦਾ, ਇਸ ਨੂੰ ਵੇਵ ਆਫ ਕਰਨਾ ਚਾਹੀਦਾ ਹੈ। ਇਸ ਵੇਲੇ ਉਹਦੇ ਵਿੱਚ ਇੱਕ ਐਸੀ ਕਲੌਜ਼ ਵੀ ਹੈ ਕਿ ਅਗਰ ਕਿਸੇ ਦੇਸ਼ ਵਿੱਚ ਕੋਈ ਨੈਸ਼ਨਲ ਐਮਰਜੈਂਸੀ ਹੈ, ਉਹ ਫਿਰ ਇਸ ਕਾਨੂੰਨ ਤੋਂ ਉਸ ਨੂੰ ਛੋਟ ਮਿਲ ਸਕਦੀ ਹੈ। ਤੇ ਸਾਡੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਸ ਵੱਲ ਧਿਆਨ ਦੇਵੇ ਅਤੇ ਜੋ ਹੈ ਛੋਟ ਲਵੇ, ਤੇ ਨਾਲ ਸਾਡੇ ਦੇਸ਼ ਵਿੱਚ ਆਪਣੇ ਵਿੱਚ ਜਨਤਕ ਖੇਤਰ ਦੇ ਵਿੱਚ ਜੋ ਵੈਕਸੀਨ ਬਣਾਉਣ ਵਾਲੇ ਉਦਯੋਗ ਹੈ, ਜੋ ਕਿ ਪਹਿਲੇ ਸੀਗੇ 2 ਸਾਲ ਪਹਿਲੇ ਇਸ ਸਰਕਾਰ ਨੇ ਉਹਨਾਂ ਨੂੰ ਬੰਦ ਕਰਕੇ ਸਾਰੇ ਨਿੱਜੀ ਖੇਤਰ ਨੂੰ ਦੇਤਾ, ਉਹਨਾਂ ਨੂੰ ਦੁਬਾਰਾ ਸ਼ੁਰੂ ਕਰੇ, ਕਿਉਂਕਿ ਉਹ ਨਾਨ ਪ੍ਰੋਫਿਟ ਬੇਸ ਸੀਗੇ ਤੇ ਪ੍ਰਾਈਵੇਟ ਖੇਤਰ ਵਿੱਚ ਪ੍ਰੋਫਿਟ ਬੇਸ ਨਹੀਂ ਹੋਏਗਾ ਨਾ ਜੀ। ਹਾਂਜੀ ਸਰ, ਇਹਦੇ ਵਿੱਚ ਅੱਜ ਜਦੋਂ ਤੁਸੀਂ ਕਾਰਲ ਮਾਰਕਸ ਬਹੁਤ ਜ਼ਿਆਦਾ ਤੁਸੀਂ ਉਹਦੇ ਬਾਰੇ ਦੱਸ ਰਹੇ ਹੋ, ਉਹਦਾ ਨੇ ਕੁਝ ਇਹਦੇ ਤੇ ਬੜਾ ਡਿਸਕਸ਼ਨ ਅੱਛਾ ਦਿੱਤਾ ਸੀ। ਅੱਜ ਇੱਕ ਪਾਸੇ ਜੇ ਅਸੀਂ ਇੰਡੀਆ ਦੀ ਵੀ ਗੱਲ ਕਰੀਏ ਤਾਂ ਇੰਡੀਆ ਹਜੇ ਕਿ ਵਿਕਾਸਸ਼ੀਲ ਦੇਸ਼ ਹੈ, ਤੇ ਸਾਡੇ ਕੰਟਰੀ 'ਚ ਹੀ ਹਜੇ ਵੈਕਸੀਨੇਸ਼ਨ ਦੀ ਪਰਸੈਂਟੇਜ ਬੜੀ ਮਾਮੂਲੀ ਹੈ। ਤੇ ਜਿਸ ਹਿਸਾਬ ਨਾਲ ਉਹ ਕਹਿ ਰਹੇ ਹੈ ਕਿ ਜੇ ਉਹ ਨਹੀਂ ਦੇਣਾ ਚਾਹੁੰਦੇ ਇਹਦੀ ਟੈਕਨੋਲੋਜੀ, ਇਸ ਹਿਸਾਬ ਨਾਲ ਤਾਂ ਇਕੱਲੇ ਇੰਡੀਆ 'ਚ ਹੀ ਸਾਨੂੰ ਅਗਰ ਇਹ ਵੈਕਸੀਨੇਸ਼ਨ 100% ਲੋਕਾਂ ਨੂੰ ਲਗਾਉਣੀ ਹੋਵੇ ਤੇ ਉਹ ਲੱਗ ਹੀ ਨਹੀਂ ਸਕਦੀ। ਹਾਲੇ ਤੱਕ ਸਾਡੇ ਦੇਸ਼ ਵਿੱਚ ਜੋ ਦੋਨੋਂ ਡੋਜ਼ਿਸ ਹੈ ਸਿਰਫ 2% ਪਾਪੂਲੇਸ਼ਨ ਨੂੰ ਮਸਾਂ ਲੱਗੀ ਹੈ ਜੀ, ਤੇ ਇਹ ਮਤਲਬ ਬਹੁਤ ਘੱਟ ਹੈ ਜੀ। ਇਹਦੇ ਨਾਲ ਕੋਈ ਜ਼ਿਆਦਾ ਲਾਭ ਨਹੀਂ ਹੋਣ ਵਾਲਾ। ਇਹ ਕਮ ਸੇ ਕਮ 40-50% ਲੋਕਾਂ ਨੂੰ ਵੈਕਸੀਨ ਲੱਗੇਗੀ। ਜੋ ਵੈਕਸੀਨ ਲਾਉਣ ਦੀ ਦਰ ਹੈ ਸਾਡੇ ਦੇਸ਼ 'ਚ ਬਹੁਤ ਘੱਟ ਹੈ। ਰੋਜ਼ ਘੱਟੋ ਘੱਟ 1 ਕਰੋੜ ਲੋਕਾਂ ਨੂੰ ਜਾਂ 70-75 ਲੱਖ ਲੋਕਾਂ ਨੂੰ ਵੈਕਸੀਨ ਲੱਗਣੀ ਚਾਹੀਦੀ ਹੈ, ਤਾਂ ਹੀ ਜਾ ਕੇ ਇਹ ਅਸੀਂ ਜੁਲਾਈ ਤੱਕ ਮਸਾਂ ਪੂਰਾ ਕਰ ਪਾਵਾਂਗੇ ਆਪਣਾ ਟੀਚਾ। ਲੇਕਿਨ ਜੁਲਾਈ ਹੁਣ ਕੋਈ ਬਹੁਤੀ ਦੂਰ ਨਹੀਂ ਹੈ, ਪਰ ਹੁਣ ਲੱਗ ਰਿਹਾ ਹੈ ਕਿ ਨਹੀਂ, ਜਿਹੜੀ ਹੈਲਥ ਵਿੱਚ ਨਾ ਬਰਾਬਰਤਾ ਇਹ ਪਹਿਲੇ ਹੀ ਸੀ ਸਾਡੇ ਦੇਸ਼ 'ਚ, ਤੇ ਹੁਣ ਹੋਰ ਹੋ ਗਈ ਹੈ, ਕਿਉਂਕਿ ਹੁਣ ਇਹ ਖਤਰਾ ਇਹ ਵੀ ਆ ਗਿਆ ਕਿ ਬਿਮਾਰੀ ਹੁਣ ਜੋ ਹੈ ਪੇਂਡੂ ਖੇਤਰ ਵਿੱਚ ਵੀ ਫੈਲ ਗਈ ਹੈ, ਤੇ ਜੋ ਗਰੀਬ ਬਸਤੀਆਂ ਵਿੱਚ ਵੀ ਇਹ ਬਿਮਾਰੀ ਫੈਲ ਰਹੀ ਹੈ, ਜੋ ਕਿ ਪਿਛਲੀ ਜੋ ਲਹਿਰ ਆਈ ਸੀ ਉਦੋਂ ਨਹੀਂ ਸੀ। ਤੇ ਫਿਰ ਪੇਂਡੂ ਖੇਤਰ ਵਿੱਚ ਇਸ ਟਾਈਮ 65% ਮਰੀਜ਼ ਪੇਂਡੂ ਖੇਤਰ ਦਾ ਹੈ ਤੇ ਕੇਵਲ 35% ਮਰੀਜ਼ ਸ਼ਹਿਰੀ ਖੇਤਰ ਦਾ ਜੀ। ਇਹ ਬੜੀ ਖਤਰਨਾਕ ਗੱਲ ਹੈ। ਤੇ ਪਿੰਡਾਂ ਵਿੱਚ ਸਾਡੀ ਜੋ ਸਿਹਤ ਸੇਵਾਵਾਂ ਦੀ ਜੋ ਆਧਾਰ ਹੈ ਬਹੁਤ ਹੀ ਕਮਜ਼ੋਰ ਹੈ। ਲੋਕਾਂ ਕੋਲ ਪੈਸਾ ਵੀ ਨਹੀਂ ਹੈ, ਇਲਾਜ ਵੀ। ਅੱਜ ਇੱਕ ਮੱਧਮ ਵਰਗੀ ਬੰਦਾ ਵੀ ਜੇ ਜ਼ਿਆਦਾ ਬਿਮਾਰ ਹੋ ਜਾਏ, 20-25,000 30,000 ਰੋਜ਼ ਦਾ ਖਰਚਾ ਉਹਨੂੰ ਕਰਨਾ ਪਏ, ਜੇ ਕਿਸੇ ਹਸਪਤਾਲ 'ਚ ICU 'ਚ ਦਾਖਲ ਹੈ, ਉਹ 2-3 ਦਿਨ ਤੋਂ ਬਾਅਦ 4 ਦਿਨ ਤੋਂ ਬਾਅਦ ਉਹਦਾ ਸਾਰਾ ਕੁਝ ਹਿੱਲ ਜਾਂਦਾ। ਤੇ ਫਿਰ ਦਵਾਈਆਂ ਦੇ ਟੀਕੇ ਨੇ ਮਹਿੰਗੇ ਨੇ, ਤੇ ਉਹ ਵੀ ਬਲੈਕ ਵਿੱਚ ਮਿਲ ਰਹੇ ਨੇ। ਇਸ ਲਈ ਹੈਲਥ ਨਾਲ ਜਾਂ ਸਿਹਤ ਸੇਵਾਵਾਂ ਤੇ ਆਧਾਰਿਤ ਜਿਹੜੀ ਨਾ ਬਰਾਬਰੀ ਹੈ ਸਮਾਜ ਦੀ ਗੱਲ ਤੁਸੀਂ ਕੀਤੀ, ਉਹ ਵੱਧ ਰਹੀ ਹੈ ਬਹੁਤ। ਉਸ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਵੈਕਸੀਨ ਚਾਹੀਦਾ। ਸਰਕਾਰ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਦੇ ਤਹਿਤ ਜਿਵੇਂ ਪਲਸ ਪੋਲੀਓ ਲਾਇਆ ਨਾ, ਉਸੇ ਤਰੀਕੇ ਨਾਲ ਇਹਦੇ ਬਾਰੇ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਨਾਲ ਮੁਫਤ ਟੀਕੇ ਲਗਾਏ ਸਾਰੀ ਆਬਾਦੀ ਨੂੰ, ਤਾਂ ਹੀ ਇਹਦਾ ਕੁਝ ਹੱਲ ਹੋਏਗਾ। ਨਹੀਂ ਤੇ ਵੈਕਸੀਨ ਜਿਹੜੀ ਹੈ ਗੱਲਾਂ 'ਚ ਹੀ ਰਹਿ ਜਾਏਗੀ। ਪਹਿਲੇ ਹੀ ਅਸੀਂ ਐਕਸਪੋਰਟ ਕਰਤੀ ਵੈਕਸੀਨ 1 ਕਰੋੜ, ਆਪਣੀ ਛਾਤੀ ਠਪਠਪਾ ਕੇ ਜੀ ਅਸੀਂ ਤੇ ਵੈਕਸੀਨ ਆਪਣੇ ਕਰੋਨਾ ਤੇ ਕੰਟਰੋਲ ਕਰ ਲਿਆ। ਉਹ ਅਸਲ ਹੋਇਆ ਹੈ ਨਹੀਂ ਸੀ। ਉਹ ਥੋਥੀ ਸ਼ੋਹਰਤ ਲਈ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਰਾਜਨੇਤਾਵਾਂ ਨੂੰ ਇੱਕ ਚੰਗੇ ਸਟੇਟਸਮੈਨ ਬਣਨਾ ਚਾਹੀਦਾ ਹੈ, ਵਿਗਿਆਨਕਾਂ ਦੀ ਰਾਏ ਦੇ ਮੁਤਾਬਕ ਚੱਲਣਾ ਚਾਹੀਦਾ ਐਸੇ ਮੌਕੇ ਤੇ। ਸਰ, ਇੱਕ ਗੱਲ ਇਹ ਵੀ ਤੁਹਾਨੂੰ ਪੁੱਛਣਾ ਚਾਹਾਂਗੇ, ਤੁਸੀਂ ਕਨਫਰਮ ਕਰ ਸਕਦੇ ਹੋ ਕਿ ਕਿਹਾ ਜਾ ਰਿਹਾ ਕਿ ਜਿਹੜੀ ਇਹ ਵੈਕਸੀਨੇਸ਼ਨ ਕੋਵਿਡ ਦੀ ਜਿਹੜੀ ਇਹ ਬਣੀ ਵੀ ਹੈਗੀ ਹੈ, ਇਹ ਜਿਹੜੀ ਕੰਪਨੀਆਂ ਨੇ ਬਣਾਈਆਂ ਉਹਨਾਂ ਨੇ ਆਪਣੇ ਖਰਚੇ ਤੇ ਨਹੀਂ ਬਣਾਈਆਂ, ਬਲਕਿ ਇਹ ਵੀ ਜਿਹੜਾ ਸਰਕਾਰੀ ਅਲੱਗ-ਅਲੱਗ ਦੇਸ਼ਾਂ ਦੇ ਸਰਕਾਰੀ ਪੈਸੇ ਨਾਲ ਬਣੀ ਹੈ। ਸੋ ਇਸ ਵੇਲੇ ਤੇ ਜਦੋਂ ਤੁਸੀਂ ਖੁਦ ਕਿਹਾ ਕਿ ਹੈਲਥ ਐਮਰਜੈਂਸੀ ਲੱਗੀ ਹੋਵੇ ਔਰ ਉਸ ਟਾਈਮ ਅਸੀਂ ਪ੍ਰੋਫਿਟ ਕਮਾਉਣ ਦੀ ਗੱਲ ਕਰੀਏ, ਇਹ ਕਿੱਥੇ ਤੱਕ ਵਾਜਬ ਹੈ? ਔਰ ਜਦੋਂ ਖਾਸ ਕਰਕੇ ਉਹ
ਜਿਹੜੀ ਵੈਕਸੀਨੇਸ਼ਨ ਡਿਵੈਲਪ ਕੀ ਸਰਕਾਰਾਂ ਦੇ ਪੈਸੇ ਤੇ ਹੋਈ ਹੈ, ਫਿਰ ਪੇਟੈਂਟ ਕਿੱਥੇ ਰਹਿ ਜਾਂਦਾ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਿੰਨੀ ਵੀ ਰਿਸਰਚ ਆਮ ਤੌਰ ਤੇ ਦੁਨੀਆ 'ਚ ਹੁੰਦੀ ਹੈ ਨਾ, ਉਹ ਸਾਰੀ ਸਰਕਾਰਾਂ ਦੇ ਪੈਸੇ ਤੋਂ ਹੀ ਹੁੰਦੀ ਹੈ ਜੀ। ਉਹਨੂੰ ਕਰਦੀਆਂ ਪ੍ਰਾਈਵੇਟ ਕੰਪਨੀਆਂ ਤੇ ਉਹ ਕਮਾਉਂਦੀਆਂ ਮੁਨਾਫੇ ਜੀ। ਸਾਡੇ ਦੇਸ਼ ਵੀ ਇਸ ਤਰ੍ਹਾਂ ਹੋਇਆ ਵੈਕਸੀਨ ਬਾਰੇ। ਜੀ। ਇਹ ਨਹੀਂ ਹੋਣਾ ਚਾਹੀਦਾ। ਇਸ ਹਾਲਾਤ ਦੇ ਵਿੱਚ ਤੇ ਬਿਲਕੁਲ ਹੀ ਪ੍ਰੋਫਿਟ ਮੋਟਿਵ ਹੋਣਾ ਹੀ ਨਹੀਂ ਚਾਹੀਦਾ। ਉਹ ਉਦੋਂ ਹੀ ਦੂਰ ਹੋ ਸਕਦਾ ਹੈ ਜੇ ਜਨਤਕ ਖੇਤਰ ਵਿੱਚ, ਜਿਵੇਂ ਸਾਡੀ ਕਸੌਲੀ ਹੈ, ਜੀ, ਉਹ ਨਾਨ ਪ੍ਰੋਫਿਟ ਬੇਸਡ ਉਹ ਪ੍ਰੋਡਿਊਸ ਕਰਨੀ ਸੀ ਉਹਨੇ, ਕਿਉਂਕਿ ਉਹ ਸਰਕਾਰੀ ਖੇਤਰ ਹੈ, ਉੱਥੇ ਪ੍ਰੋਫਿਟ ਦਾ ਮਤਲਬ ਹੀ ਕੋਈ ਨਹੀਂ। ਉੱਥੇ ਉਹਨੂੰ ਇਹਨਾਂ ਨੇ ਬੰਦ ਕਰਤਾ ਨਾ 2 ਸਾਲ ਪਹਿਲੇ ਨੇ। ਜਿੰਨੀਆਂ ਵੀ ਸਰਕਾਰੀ ਖੇਤਰ 'ਚ ਵੈਕਸੀਨ ਜਾਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਸੀ, ਇਹ ਸਰਕਾਰ ਨੇ ਉਹਨਾਂ ਨੂੰ ਬੰਦ ਕਰਤਾ। ਜੀ। ਹੁਣ ਦੁਬਾਰਾ ਖੋਲਣ ਉਹਨੂੰ ਤਾਂ ਚਲੋ ਜੋ ਹੋ ਗਿਆ ਉਸ ਤੇ ਕਾਹਨੂੰ ਆਪ ਰੌਲਾ। ਰਿਵਿਊ ਕਰੋ ਫੈਸਲਾ, ਉਹਨੂੰ ਦੁਬਾਰਾ ਕਰੋ, ਉਹਨਾਂ ਨੂੰ ਉਤਸ਼ਾਹਿਤ ਕਰੋ ਤਾਂ ਕਿ ਉਹ 2-4 ਮਹੀਨੇ 'ਚ ਉਹ ਅੱਗੇ ਆ ਕੇ ਸਾਰੀ ਪ੍ਰੋਡਕਸ਼ਨ ਸ਼ੁਰੂ, ਕਿਉਂਕਿ ਉਹਨਾਂ ਕੋਲ ਟੈਕਨੀਕਲ ਨੌਲੇਜ ਹੈ, ਅੱਜ ਵੀ ਹੈ। ਸਰ ਜੇ ਗੱਲ ਕਰੀਏ, ਕਿਉਂਕਿ ਜਿੱਦਾਂ ਦੱਸਿਆ ਜਾ ਰਿਹਾ ਕਿ ਕੋਵਿਡ ਦਾ ਇਹ ਜਿਹੜਾ ਸਿਸਟਮ ਹੈ, ਸਰਕਲ ਹੈ, ਇਹ ਉਦੋਂ ਤੱਕ ਨਹੀਂ ਖਤਮ ਹੋਏਗਾ ਜਦ ਤੱਕ ਸਾਰਿਆਂ ਨੂੰ ਇੱਕ ਵਾਰੀ ਵੈਕਸੀਨੇਸ਼ਨ ਨਹੀਂ ਲੱਗ ਜਾਂਦੀ। ਜੇ ਕੱਲਾ ਇੱਕ ਕੰਟਰੀ ਜਾਂ 2 ਕੰਟਰੀ ਕੀ 100% ਵੈਕਸੀਨੇਸ਼ਨ ਲਗਾ ਲੈਣਗੇ, ਕੱਲ ਨੂੰ ਤਾਂ ਵੀ ਤਾਂ ਉਹਨਾਂ ਨੂੰ ਡਰ ਰਹੇਗਾ, ਕਿਉਂਕਿ ਸਾਊਥ ਅਫਰੀਕਾ ਵਰਗੇ ਕੰਟਰੀਆਂ 'ਚ ਅੱਜ ਵੀ ਕਹਿੰਦੇ 1% ਵੀ ਲੋਕਾਂ ਨੂੰ ਵੈਕਸੀਨ ਨਹੀਂ ਲੱਗੀ, ਸਿੰਗਲ ਡੋਜ਼ ਵੀ ਨਹੀਂ ਲੱਗੀ। ਸੋ ਜੇ ਅਸੀਂ ਆਪਣੇ ਕੰਟਰੀ 'ਚ ਲਗਾ ਵੀ ਲੈਂਦੇ ਹਾਂ ਤੇ ਕੀ ਗਰੰਟੀ ਹੈ ਕਿ ਕੀ ਉੱਥੋਂ ਦੀ ਦੁਬਾਰਾ ਲੋਕ ਆਣਗੇ ਤੇ ਅਸੀਂ ਦੁਬਾਰਾ ਉਸ ਚੀਜ਼ ਦੇ ਅਸੀਂ ਇਨਫੈਕਟਡ ਨਹੀਂ ਹੋਵਾਂਗੇ? ਦੇਖਿਆ ਜਾ ਰਿਹਾ ਹੈ ਕਿ 2-2 ਵੈਕਸੀਨ ਲਗਾਉਣ ਤੋਂ ਬਾਅਦ ਵੀ ਲੋਕਾਂ ਦੇ ਨਾਲ ਕੈਜੂਅਲਟੀ ਹੋ ਰਹੀ ਹੈ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜੋ ਘੱਟੋ ਘੱਟ 70% ਆਬਾਦੀ 'ਚ ਵੈਕਸੀਨ ਦੇ ਰਾਹੀਂ ਉਹਨਾਂ 'ਚ ਪ੍ਰਤੀਰੋਧਕਤਾ ਜਾਂ ਬਿਮਾਰੀ ਦੇ ਖਿਲਾਫ ਲੜਨ ਦੀ ਸਮਰੱਥਾ ਪੈਦਾ ਕਰਨੀ ਜ਼ਰੂਰੀ ਹੈ। ਅਗਰ ਦੁਨੀਆ ਵਿੱਚ ਇਹਦੇ ਤੇ ਨਾ ਬਰਾਬਰਤਾ ਰਹੀ, ਫਿਰ ਬਹੁਤ ਲੰਬੇ ਸਮੇਂ ਬਾਅਦ ਇਹ ਮਹਾਮਾਰੀ ਜਾਏਗੀ। ਇਸ ਲਈ ਉਹਦਾ ਫਿਰ ਨੁਕਸਾਨ ਬਹੁਤ ਜ਼ਿਆਦਾ ਹੋਏਗਾ। 100 ਸਾਲ ਪਹਿਲੇ ਵੀ ਜਦੋਂ ਆਏ ਸੀ, ਉਦੋਂ ਹਿੰਦੁਸਤਾਨ 'ਚ, ਸਾਡੇ ਭਾਰਤ 'ਚ 20 ਕਰੋੜ ਦੀ ਆਬਾਦੀ 'ਚੋਂ 1.5 ਕਰੋੜ ਲੋਕ ਮਰੇ ਸੀਗੇ। ਪਰ ਜੇ ਅੱਜ ਦੇ ਯੁੱਗ 'ਚ ਮਰਨ, ਜਦੋਂ ਇੰਨੀ ਤਰੱਕੀ ਹੋ ਚੁੱਕੀ, ਫਿਰ ਤਾਂ ਬਹੁਤ ਹੀ ਦੁਖਦਾਈ ਗੱਲ ਹੋਏਗੀ। ਅੱਜ ਅਗਰ ਸਹੀ ਢੰਗ ਦੇ ਨਾਲ ਕਦਮ ਚੁੱਕੇ ਜਾਣ ਤਾਂ ਮੌਤ ਦੀ ਦਰ ਨੂੰ ਕੁੱਲ ਮਿਲਾ ਕੇ ਸਮੇਂ ਦੇ ਵਿੱਚ ਘਟਾਇਆ ਜਾ ਸਕਦਾ ਹੈ। ਸਾਡੇ ਕੋਲ ਗਿਆਨ ਵੀ ਹੈ, ਸਾਡੇ ਦੇਸ਼ 'ਚ ਵਿਗਿਆਨਿਕ ਬਹੁਤ ਨੇ, ਬੜੇ ਸਿਆਣੇ ਨੇ, ਪਰ ਉਹਨਾਂ ਦੀ ਜਿਹੜੀ ਗਿਆਨ ਨੂੰ ਇਸਤੇਮਾਲ ਤੇ ਕਰੇ ਨਾ ਸਰਕਾਰ। ਬਿਲਕੁਲ ਠੀਕ ਹੈ ਸਰ। ਇਹਦੇ ਲਈ ਤੁਸੀਂ ਐਜ਼ ਏ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਡਾਕਟਰਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਇੰਡੀਆ ਵੱਲੋਂ, ਸੋ ਤੁਸੀਂ ਇਹਦੇ ਲਈ ਕੀ ਉੱਥੇ ਆਪਣੇ ਵੱਲੋਂ ਕੀ ਸੁਜੈਸ਼ਨ ਦਵੋਗੇ ਜਾਂ ਕੀ ਕੋਈ ਇਹੋ ਜਿਹੀ ਅਪੀਲ ਕਰੋਗੇ? ਅਸੀਂ ਤੇ ਯੂਐਨਓ ਨੂੰ ਵੀ ਅਪੀਲ ਕੀਤੀ ਹੈ ਨਾ ਕਿ ਉਹ ਵਿੱਚ ਦਖਲਅੰਦਾਜ਼ੀ ਕਰਕੇ ਪੇਟੈਂਟ ਰਾਈਟਸ ਜਿਹੜੇ ਹੈ WTO ਦੇ ਵਿੱਚ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ, ਉਹਨਾਂ ਨੂੰ ਹਟਾ ਦੇਵੇ, ਫਿਲਹਾਲ ਰੋਕ ਲਾ ਦੇਵੇ ਉਹਨਾਂ ਤੇ, ਤਾਂ ਕਿ ਵੈਕਸੀਨ ਕੋਈ ਵੀ ਬਣਾਏ ਉਹ ਉਸ ਟੈਕਨੋਲੋਜੀ ਨਾਲ ਦੂਸਰੀ ਦੁਨੀਆ ਦੇ ਵਿੱਚ ਕੋਈ ਵੀ ਕੰਪਨੀ ਬਣਾ ਲਵੇ, ਚਲੋ ਪ੍ਰਾਈਵੇਟ ਹੀ ਬਣਾਏ ਜਾਂ ਆਪਣੇ ਜਨਤਕ ਖੇਤਰ 'ਚ ਬਣਾਏ, ਲੋਕਾਂ ਨੂੰ ਮਿਲੇ ਤੇ ਸਹੀ ਨਾ ਵੈਕਸੀਨ ਅੱਜ। ਇਸ ਲਈ ਅਸੀਂ ਤੇ ਆਪਣੇ ਵੱਲੋਂ ਆਵਾਜ਼, ਸਾਡੀ ਸੰਸਥਾ ਵੱਲੋਂ ਅਸੀਂ ਯੂਐਨਓ ਨੂੰ ਚਿੱਠੀ ਵੀ ਪਾਈ ਹੈ, ਸੈਕਟਰੀ ਜਨਰਲ ਨੂੰ ਵੀ ਪਾਈ ਹੈ। ਸੋ ਤੁਸੀਂ ਪੀਸ ਵੱਲੋਂ ਪਾਈ ਹੈ ਜੀ? ਹਾਂ, ਸਾਡੀ ਇੰਡੀਅਨ ਡਾਕਟਰ ਫਾਰ ਪੀਸ ਐਂਡ ਡਿਵੈਲਪਮੈਂਟ ਵੱਲੋਂ ਅਸੀਂ। ਕਿ ਕਦੋਂ ਪਾਈ ਸੀ ਸਰ ਇਹ? ਹੋ ਗਏ ਕੁਝ ਹਫਤਾ 10 ਦਿਨ। ਹਾਂਜੀ। ਸੋ ਤੁਹਾਡਾ ਵੀ ਇਹ ਮੰਨਣਾ ਹੈਗਾ ਕਿ ਜੇ ਇਹ ਜ਼ਿਆਦਾ ਹੱਥਾਂ 'ਚ ਆਉਂਦੀ ਹੈ ਮੈਨੂਫੈਕਚਰਿੰਗ ਲਈ, ਤੇ ਬਹੁਤ ਜਲਦੀ ਸਾਨੂੰ ਵੈਕਸੀਨੇਸ਼ਨ ਮਿਲੇਗੀ ਔਰ ਬਹੁਤ ਜਲਦੀ ਅਸੀਂ ਇਸ ਬਿਮਾਰੀ ਤੋਂ ਲੜਾਈ ਤੋਂ ਜਿਹੜਾ ਜਿੱਤ ਪਾਵਾਂਗੇ? ਬਿਲਕੁਲ, ਇਹ ਤਾਂ ਬਹੁਤ ਜ਼ਰੂਰੀ ਹੈ ਨਾ। ਅੱਜ ਹੋਰ ਕੋਈ ਰਸਤਾ ਦਿਖ ਨਹੀਂ ਰਿਹਾ ਹੈ ਜੀ। ਜੇ ਤੁਸੀਂ ਲੋਕਾਂ ਦੇ ਉਂਝ ਹੀ ਛੱਡ ਦਿਓ ਵੀ ਇੱਕ ਦੂਸਰੇ ਤੋਂ ਇਨਫੈਕਸ਼ਨ ਹੋਈ ਜਾਵੇ, ਫਿਰ ਮ੍ਰਿਤੂ ਦਰ ਜ਼ਿਆਦਾ ਹੋ ਜਾਏਗੀ ਨਾ। ਇੱਕ ਦੂਸਰੇ ਤੋਂ ਇਨਫੈਕਸ਼ਨ, ਹਾਲਾਂਕਿ ਇਹ ਗੱਲ ਠੀਕ ਹੈ ਕਿ 90% ਲੋਕਾਂ ਨੂੰ ਕੋਈ ਜ਼ਿਆਦਾ ਬਿਮਾਰੀ ਨਹੀਂ ਹੁੰਦੀ, 85% ਤੋਂ ਕੁਝ ਵੀ ਨਹੀਂ ਹੁੰਦਾ। ਹੋਰ ਤੁਸੀਂ ਆਪਣੇ 10% ਲਾ ਲਓ, 95% ਤੱਕ ਆਬਾਦੀ ਨੂੰ ਜ਼ਿਆਦਾ ਬਿਮਾਰੀ ਨਹੀਂ ਹੁੰਦੀ, ਤੇ 5% ਲੋਕ ਜ਼ਿਆਦਾ ਬਿਮਾਰ ਹੁੰਦੇ ਨੇ। ਮ੍ਰਿਤੂ ਦਰ ਤੇ ਕਰੀਬ 2% ਦੇ ਕਰੀਬ ਹੈ, ਪਰ 2% ਵੀ ਕਿਉਂ ਮਰਨ, ਦੇਖੋ ਜਿਹਦੇ ਘਰ ਦਾ ਜਾਂਦਾ ਉਹਨੂੰ ਹੀ ਪਤਾ ਲੱਗਦਾ ਹੈ। ਇਸ ਲਈ ਮ੍ਰਿਤੂ ਤੇ ਇੱਕ ਵੀ ਇਸ ਬਿਮਾਰੀ ਕੇ ਨੈਚੁਰਲ ਏਜ ਦੇ ਨਾਲ ਕਿਸੇ ਦੀ ਮ੍ਰਿਤੂ ਹੋ ਜਾਣੀ, ਉਹ ਤਾਂ ਹੋਣੀ ਹੈ ਨਾ, ਉਹ ਤਾਂ ਕੁਦਰਤ ਦਾ ਕਾਨੂੰਨ ਹੈ, ਪਰ ਉਹ ਨੈਚੁਰਲ ਚੀਜ਼ ਨਾਲ। ਹਾਂਜੀ, ਨੈਚੁਰਲ ਹੈ, ਲੇਕਿਨ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹਨੂੰ ਬਚਾਅ ਦੇ ਸਾਧਨ ਜ਼ਰੂਰ ਸਾਨੂੰ ਅਪਣਾਉਣੇ ਚਾਹੀਦੇ ਨੇ। ਥੈਂਕ ਯੂ ਸਰ, ਥੈਂਕ ਯੂ। ਤੇ ਦੋਸਤੋ, ਇਹ ਸੀਗੇ ਡਾਕਟਰ ਅਰੁਣ ਮਿੱਤਰਾ ਜੀ, ਜਿਹੜੇ ਕਿ ਤੁਹਾਨੂੰ ਦੱਸਿਆ ਸੀ ਕਿ ਪੀਸ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ ਇੰਟਰਨੈਸ਼ਨਲ ਲੈਵਲ 'ਤੇ। ਸੋ ਉਹਨਾਂ ਨੇ ਦੱਸਿਆ ਕਿ ਆਲਰੇਡੀ 10 ਕੁ ਦਿਨ ਪਹਿਲਾਂ ਇੱਕ ਅਪੀਲ ਵੀ ਕਰ ਚੁੱਕੇ ਆ ਕਿ ਅੱਜ ਤੋਂ ਅਸੀਂ ਵੀ ਜਨ ਹਿਤੈਸ਼ੀ ਟੀਮ ਇੱਕ, ਕਿਉਂਕਿ ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ ਹੈ, ਸੋ ਅਸੀਂ ਵੀ ਇੱਕ ਟੈਕਨੋਲੋਜੀ 'ਤੇ ਇੱਕ ਟਵਿੱਟਰ 'ਤੇ ਇੱਕ ਕੈਂਪੇਨ ਚਲਾਵਾਂਗੇ ਕਿ ਜਿਹੜਾ ਹੈਗਾ ਪੇਟੈਂਟ ਫ੍ਰੀ ਕੋਵਿਡ ਵੈਕਸੀਨ
ਦਾ ਅਸੀਂ ਇੱਕ ਇਹਦਾ ਸਲੋਗਨ ਅਸੀਂ ਵੀ ਡਰਾਈਵ ਕਰਾਂਗੇ ਜਨ ਹਿਤੈਸ਼ੀ ਵੱਲੋਂ, ਸੋ ਦੈਟ ਕਿ ਲੋਕ ਇਹਦੇ ਨਾਲ ਜੁੜਨ ਔਰ ਜ਼ਿਆਦਾ ਤੋਂ ਜ਼ਿਆਦਾ ਜ਼ਮੀਨੀ ਲੈਵਲ ਤੱਕ ਲੋਕਾਂ ਨੂੰ ਇਹ ਵੈਕਸੀਨ ਮਿਲੇ ਔਰ ਜਲਦੀ ਤੋਂ ਜਲਦੀ ਇਸ 'ਤੇ ਅਸੀਂ ਜਿਹੜਾ ਵਿਜੇ ਹਾਸਲ ਕਰ ਸਕੀਏ। ਇੱਦਾਂ ਹੀ ਹੋਰ ਵੀ ਮੁੱਦਿਆਂ ਨਾਲ ਤੁਹਾਨੂੰ ਨਾਲ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।